ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਬਸਾਇਆ। ਹਰ ਇੱਕ ਜੀਵਨ ਨੂੰ ਆਪਣੀ ਜ਼ਿੰਦਗੀ ਦੇ ਨਾਲ ਬੜਾ ਪਿਆਰ ਹੈ, ਔਰ ਕੋਈ ਵੀ ਮਨੁੱਖ ਨਹੀਂ ਚਾਹੁੰਦਾ ਕਿ ਮੈਂ ਇਸ ਸੰਸਾਰ ਨੂੰ ਛੱਡ ਕੇ ਜਾਵਾਂ। ਜਿੱਥੇ ਮਨੁੱਖ ਚਾਹੁੰਦਾ ਹੈ ਕਿ ਮੈਂ ਇਸ ਸੰਸਾਰ ਦੇ ਵਿੱਚ ਵਧੇਰ ਸਮਾਂ ਬਤੀਤ ਕਰਾਂ, ਔਰ ਇਸ ਦੇ ਵਾਸਤੇ ਉਪਰਾਲੇ ਵੀ ਕਰਦਾ ਹੈ, ਧਨ ਪਦਾਰਥ ਇਕੱਠੇ ਕਰਦਾ ਹੈ, ਲੰਮੀਆਂ ਲੰਮੀਆਂ ਵਿਉਂਤਾਂ ਘੜਦਾ ਹੈ, ਵੱਡੇ ਵੱਡੇ ਘਰ ਬਣਾਉਂਦਾ ਹੈ, ਔਰ ਬੜੇ ਉਪਰਾਲੇ ਕਰਦਾ ਹੈ ਕਿ ਮੈਂ ਸਦੀਵੀ ਸਮਾਂ ਇੱਥੇ ਬਤੀਤ ਕਰਾਂ। ਔਰ ਜਦੋਂ ਕਦੀ ਇਸ ਨੂੰ ਮੌਤ ਸਾਹਮਣੇ ਦਿਸਦੀ ਹੈ, ਕਿਸੇ ਦਿਨ ਨੂੰ ਸੰਸਾਰ ਛੱਡਦੇ ਹੋਏ ਵੇਖਦਾ ਹੈ ਤੇ ਘਬਰਾ ਜਾਂਦਾ ਹੈ ਕਿ ਅੱਜ ਉਸ ਦੀ ਵਾਰੀ ਆਈ ਹੈ ਤੇ ਕੱਲ ਨੂੰ ਮੇਰੀ ਵਾਰੀ ਵੀ ਆਵੇਗੀ, ਕਿਉਂਕਿ ਸਾਹਿਬਾਂ ਦਾ ਫਰਮਾਨ ਹੈ, ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ ਹੈ। ਇਹ ਡਰ ਜਾਂਦਾ, ਇਸ ਨੂੰ ਭੈ ਸਭ ਤੋਂ ਵੱਡਾ ਜਿਹੜਾ ਹੈ ਉਹ ਮੌਤ ਦਾ ਹੈ। ਇਹ ਨਹੀਂ ਚਾਹੁੰਦਾ ਕਿ ਮੌਤ ਮੇਰੇ ਪ੍ਰਾਣਾਂ ਨੂੰ ਹਰ ਕੇ ਲੈ ਜਾਵੇ, ਮੇਰੀ ਜ਼ਿੰਦਗੀ ਨੂੰ ਖੋਹ ਕੇ ਲੈ ਜਾਵੇ। ਇਸ ਕਰਕੇ ਬੜੀ ਯਤਨ ਕਰਦਾ। ਬਾਬਾ ਫਰੀਦ ਸਾਹਿਬ ਜੀ ਨੇ ਤੇ ਇੱਕ ਬਚਨ ਕੀਤਾ ਹੈ, ਉਹ ਕਹਿੰਦੇ ਨੇ ਕਿ ਮੈਂ ਇਹ ਸੋਚਿਆ ਵੀ ਸ਼ਾਇਦ ਸੰਸਾਰ ਵਿੱਚ ਦੁੱਖ ਮੈਨੂੰ ਹੀ ਹੈ, ਪਰ ਮੈਂ ਜਦੋਂ ਵੇਖਿਆ ਵੀ ਇਹ ਦੁੱਖ ਤੋਂ ਤੇ ਸਾਰੇ ਪੀੜਤ ਨੇ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਘਰ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਹਾਲ। ਮੈਂ ਤੇ ਵੇਖਿਆ ਵੀ ਮੈਨੂੰ ਹੀ ਦੁੱਖ ਹੈ, ਪਰ ਇਹ ਤੇ ਘਰ ਘਰ ਦੇ ਵਿੱਚ ਪਹੁੰਚਿਆ ਹੋਇਆ। ਔਰ ਸਾਹਿਬਾਂ ਦਾ ਫਰਮਾਨ ਹੈ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਅਵਨ। ਮੌਤ ਦੀ ਚਿੱਠੀ ਤੇ ਹਰ ਘਰ ਦੇ ਵਿੱਚ ਆ ਰਹੀ ਹੈ, ਸੱਦੇ ਪੈ ਰਹੇ ਨੇ। ਜਿਹਨੂੰ ਜਿਹਨੂੰ ਸੱਦਾ ਪੈਂਦਾ ਹੈ ਉਹ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲਾ ਜਾਂਦਾ ਹੈ। ਇਹ ਮਨੁੱਖ ਨੇ ਮੌਤ ਨੂੰ ਭੁਲਾਉਣ ਦੀ ਬੜੀ ਕੋਸ਼ਿਸ਼ ਕੀਤੀ। ਇਸ ਨੇ ਕਿਹਾ ਇਹਨੂੰ ਚੇਤਾ ਹੀ ਨਹੀਂ ਕਰਨਾ। ਕਿ ਮਣੀ ਮਸਾਣਾ ਤੇ ਵੀ ਜਾਣ ਲੱਗਿਆ ਡਰਦਾ ਹੈ, ਔਰ ਕਈ ਵਾਰ ਆਪਣੇ ਬੱਚਿਆਂ ਨੂੰ ਨਹੀਂ ਚਾਹੁੰਦਾ ਕਿ ਇਹ ਮੜੀ ਮਸਾਣ ਦੇ ਕੋਲ ਜਾਣ, ਕਿਸੇ ਕਬਰਾਂ ਦੇ ਕੋਲ ਜਾਣ। ਇੱਥੋਂ ਤੱਕ ਕਿ ਕਿਸੇ ਭੋਗ ਤੇ ਵੀ ਜਿਹੜਾ ਹੈ ਆਪਣੇ ਬੱਚਿਆਂ ਨੂੰ ਨਹੀਂ ਭੇਜਦਾ ਕਿ ਕਿਤੇ ਇਹਨਾਂ ਨੂੰ ਮੌਤ ਚੇਤੇ ਨਾ ਆਵੇ। ਭਾਵ ਕਿ ਇਹ ਮਰਨ ਮਨੋਂ ਵਿਸਾਰਿਆ ਵਾਲੀ ਗੱਲ ਨੂੰ ਆਪਣੇ ਪੱਲੇ ਬੰਨ੍ਹ ਲੈਂਦਾ ਹੈ ਕਿ ਮੈਂ ਮੌਤ ਨੂੰ ਭੁਲਾ ਦੇਵਾਂ, ਪਰ ਜਿਹੜੀ ਚੀਜ਼ ਭੁਲਾਈ ਜਾ ਸਕਦੀ ਹੈ ਉਹ ਖਤਮ ਨਹੀਂ ਹੁੰਦੀ, ਉਹ ਖਤਮ ਨਹੀਂ ਹੋਈ, ਉਹ ਫਿਰ ਕਦੀ ਨਾ ਕਦੀ ਚੇਤੇ ਆ ਜਾਂਦੀ ਹੈ। ਕਿਸੇ ਦੀ ਡੈਥ ਹੋਈ ਤੇ ਤਾਂ ਚੇਤਾ ਆ ਗਿਆ। ਤਾਂ ਇਸ ਤਰ੍ਹਾਂ ਇਹ ਮਨੁੱਖ ਬੜਾ ਦੁਖੀ, ਇਹਨੂੰ ਵਾਰ-ਵਾਰ ਮੌਤ ਚੇਤੇ ਆਉਂਦੀ ਤੇ ਇਹ ਭੈ ਭੀਤ ਹੋ ਜਾਂਦਾ। ਤਾਂ ਇਸ ਨੇ ਕੋਸ਼ਿਸ਼ ਕੀਤੀ ਕਿ ਜਿੱਥੇ ਮੈਂ ਸੰਸਾਰ ਦੇ ਵਿੱਚ ਪਦਾਰਥਾਂ ਦੇ ਉੱਤੇ ਫਤਿਹ ਹਾਸਲ ਕੀਤੀ ਹੈ, ਆਪਣੇ ਅਨੁਕੂਲ ਬਣਾਇਆ ਹੈ, ਕਿਉਂ ਨਾ ਹੋਵੇ ਕਿ ਮੈਂ ਮੌਤ ਨੂੰ ਵੀ ਆਪਣੇ ਅਧੀਨ ਕਰ ਲਵਾਂ। ਇਸ ਦੇ ਵਾਸਤੇ ਇਸਨੇ ਇਸ ਮੌਤ ਨੂੰ ਆਪਣੇ ਅਧੀਨ ਕਰਨ ਵਾਸਤੇ ਕੋਈ ਐਸੇ ਪਦਾਰਥ ਦੀ ਲੋੜ ਸਮਝੀ, ਉਹਦੀ ਭਾਲ ਕੀਤੀ ਕਿ ਮੈਂ ਲੱਭ ਲਵਾਂ। ਕਿਉਂਕਿ ਮ੍ਰਿਤੂ ਦੇ ਉੱਤੇ ਫਤਿਹ ਪਾਉਣ ਵਾਸਤੇ ਇਸਨੇ ਅਗੇਤਰ ਲਾ ਕਰਕੇ, ਜਿਹਦੀ ਮ੍ਰਿਤੂ ਨਹੀਂ ਹੁੰਦੀ, ਐੜਾ ਲਾ ਕਰਕੇ ਉਸ ਨੂੰ ਬਣਾ ਦਿੱਤਾ ਅੰਮ੍ਰਿਤ, ਕਿ ਜਿਹਦੀ ਮੌਤ ਨਹੀਂ ਹੁੰਦੀ ਉਹ ਅੰਮ੍ਰਿਤ ਹੈ, ਭਾਵ ਅਮਰ ਹੈ। ਤਾਂ ਇਸਨੇ ਉਸ ਅੰਮ੍ਰਿਤ ਦੀ ਖੋਜ ਕੀਤੀ, ਔਰ ਲੱਭਦਿਆਂ ਲੱਭਦਿਆਂ ਕਈ ਟਿਕਾਣਿਆਂ ਤੇ ਇਹ ਪੁੱਜਾ। ਪਰ ਇੱਥੇ ਉਸ ਨੂੰ ਕੁਝ ਸਮੇਂ ਵਾਸਤੇ ਸੁੱਖ ਤਾਂ ਮਿਲਿਆ, ਪਰ ਸਦੀਵੀ ਸੁੱਖ ਦੇ ਇਹ ਉਸ ਆਨੰਦ ਨੂੰ ਨਹੀਂ ਮਾਣ ਸਕਿਆ। ਪਰ ਅੰਮ੍ਰਿਤ ਦੀ ਭਾਲ ਕਰਦਿਆਂ ਕਰਦਿਆਂ ਇਸਨੇ ਬੜੀ ਕੋਸ਼ਿਸ਼ ਕੀਤੀ, ਪਰ ਅੰਮ੍ਰਿਤ ਹੱਥ ਵਿੱਚ ਨਹੀਂ ਲੱਗਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਐ ਸਿੱਖਾ, ਜਿਹੜੇ ਅੰਮ੍ਰਿਤ ਨੂੰ ਚੰਗੇ ਲੋਕ ਵੀ ਲੱਭਦੇ ਰਹੇ, ਕਿਉਂਕਿ ਜਦੋਂ ਦੇਵਤਿਆਂ ਨੇ ਅੰਮ੍ਰਿਤ ਦੀ ਭਾਲ ਕੀਤੀ ਨਾ, ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਸਮੁੰਦਰ ਹੈ ਇਹਦਾ ਮੰਥਨ ਕਰੀਏ ਤੇ ਇਹਦੇ ਵਿੱਚੋਂ ਅੰਮ੍ਰਿਤ ਨਿਕਲੇਗਾ। ਉਹਦੇ ਵਿੱਚੋਂ ਕਹਿੰਦੇ ਨੇ ਰਾਖਸ਼ਾਂ ਨੇ ਇੱਕ ਪਾਸੇ ਤੇ ਇੱਕ ਪਾਸੇ ਦੇਵਤਿਆਂ ਨੇ ਸ਼ੇਖ ਨਾਗ ਨੂੰ ਮਧਾਣੀ ਬਣਾ ਕਰਕੇ ਉਹਦਾ ਰੱਸਾ ਪਾ ਕਰਕੇ
ਸ਼ਿਵਲਿੰਗ ਨੂੰ ਇਹਨਾਂ ਨੇ ਮਧਾਣੀ ਬਣਾਇਆ ਤੇ ਰਿੜਕਣਾ ਕੀਤਾ ਤੇ ਕਹਿੰਦੇ ਨੇ 14 ਰਤਨ ਨਿਕਲੇ ਤੇ 14 ਰਤਨਾਂ ਦੇ ਵਿੱਚੋਂ ਇੱਕ ਰਤਨ ਅੰਮ੍ਰਿਤ ਵੀ ਸੀ। ਪਰ ਹੋਇਆ ਕਿ ਆਪਸ ਵਿੱਚ ਦੋਨਾਂ ਧਿਰਾਂ ਦੀ ਲੜਾਈ ਹੋ ਗਈ ਔਰ ਇਹ ਜਿਹੜਾ ਅੰਮ੍ਰਿਤ ਦਾ ਘੜਾ ਸੀ 12 ਜਗ੍ਹਾ ਤੇ ਡਿੱਗਿਆ ਤੇ ਅੱਜ ਵੀ ਮੰਨਿਆ ਜਾਂਦਾ ਹੈ ਕਿ ਉੱਥੇ ਜਿੱਥੇ ਜਿੱਥੇ ਇਹ ਅੰਮ੍ਰਿਤ ਡਿੱਗਿਆ ਉੱਥੇ ਕੁੰਭ ਦਾ ਮੇਲਾ ਲੱਗਦਾ ਹੈ ਔਰ 12 ਸਾਲ ਬਾਅਦ ਉਸ ਕੁੰਭ ਦੀ ਵਾਰੀ ਆਉਂਦੀ ਹੈ। ਪਰ ਜਿਹੜੇ ਅੰਮ੍ਰਿਤ ਨੂੰ ਸੁਰ ਨਰ ਭਾਵ ਕਿ ਦੇਵਤੇ ਤੇ ਮਨੁੱਖ ਆਦਿਕ ਲੱਭਦੇ ਰਹੇ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਉਸ ਅੰਮ੍ਰਿਤ ਨੂੰ ਸਤਿਗੁਰੂ ਦੇ ਕੋਲੋਂ ਪਾਇਆ ਜਾ ਸਕਦਾ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਤੇ ਮੈਂ ਗੁਰੂ ਦੇ ਕੋਲੋਂ ਪਾਇਆ। ਹੁਣ ਇੱਕ ਸਵਾਲ ਖੜਾ ਹੁੰਦਾ ਹੈ ਕਿ ਇਤਨੀ ਭਾਲ ਕੀਤੀ ਗਈ, ਇਤਨਾ ਕੁਝ ਹੋਇਆ, ਦੇਵਤਿਆਂ ਨੇ ਵੀ ਜਿਹੜਾ ਹੈ ਅੰਮ੍ਰਿਤ ਦੀ ਭਾਲ ਕੀਤੀ, ਪਰ ਸਹਿਜੇ ਹੀ ਅੰਮ੍ਰਿਤ ਸਤਿਗੁਰੂ ਦੇ ਕੋਲੋਂ ਪ੍ਰਾਪਤ ਹੋ ਗਿਆ। ਇਹ ਕਿਵੇਂ ਹੋ ਗਿਆ? ਤਾਂ ਗੁਰੂ ਸਾਹਿਬ ਮਹਾਰਾਜ ਜੀ ਉੱਤਰ ਦਿੰਦੇ ਨੇ, ਕਹਿੰਦੇ ਨੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜਦੋਂ ਗੁਰੂ ਨੇ ਕਿਰਪਾ ਕੀਤੀ ਤਾਂ ਮੈਂ ਅੰਮ੍ਰਿਤ ਨੂੰ ਪਾ ਲਿਆ ਤੇ ਇਹ ਅੰਮ੍ਰਿਤ ਕੀ ਸੀ? ਸੱਚਾ ਮਨ ਵਸਾਇਆ। ਜਦੋਂ ਉਸ ਨਾਮ ਨੂੰ, ਕਿਉਂਕਿ ਨਾਮ ਅੰਮ੍ਰਿਤ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਇਹ ਨਾਮ ਜਿਹੜਾ ਹੈ ਉਹ ਅੰਮ੍ਰਿਤ ਹੈ। ਜਿਨ੍ਹਾਂ ਨੇ ਇਸ ਨਾਮ ਅੰਮ੍ਰਿਤ ਨੂੰ ਚੱਖ ਲਿਆ ਉਸ ਦੇਵੀ ਜਿਹੜੇ ਨੇ ਅਮਰ ਹੋ ਗਏ, ਕਿਉਂਕਿ ਆਤਮਕ ਮੌਤ ਤੋਂ ਬਚ ਗਏ। ਕਿਉਂਕਿ ਇਨਸਾਨ ਜਿਹੜਾ ਰੋਜ਼ ਰੋਜ਼ ਮਰਦਾ ਹੈ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਜਿਹੜਾ ਰੋਜ਼ ਅਸੀਂ ਕਈ ਵਾਰ ਜ਼ਿੰਦਗੀ ਦੇ ਵਿੱਚ ਮਨੁੱਖ ਮਰਦਾ ਤੇ ਜੀ ਪੈਂਦਾ, ਕਿਉਂਕਿ ਜਦੋਂ ਰੱਬ ਨੂੰ ਭੁਲਾਉਂਦਾ ਹੈ ਤੇ ਉਦੋਂ ਮਰ ਜਾਂਦਾ। ਆਖਾਂ ਜੀਵਾਂ ਵਿਸਰੇ ਮਰ ਜਾਉ, ਜਦੋਂ ਵਿਸਾਰ ਦਿੰਦਾ ਹੈ ਤੇ ਉਦੋਂ ਮਰ ਜਾਂਦਾ। ਤਾਂ ਸਤਿਗੁਰੂ ਜੀ ਕਹਿੰਦੇ ਨੇ ਪਹਿਲੀ ਗੱਲ ਇਹ ਕਿ ਗੁਰੂ ਦੀ ਕਿਰਪਾ ਦੇ ਨਾਲ ਨਾਮ ਅੰਮ੍ਰਿਤ ਪ੍ਰਾਪਤ ਹੋਇਆ। ਜਦੋਂ ਨਾਮ ਅੰਦਰ ਵਸਿਆ ਤਾਂ ਫਿਰ ਅੰਮ੍ਰਿਤ ਦੀ ਪ੍ਰਾਪਤੀ। ਤਾਂ ਕਹਿੰਦੇ ਜੀ ਜੰਤ ਸਭ ਤੁਧ ਉਪਾਏ। ਵੇਖਣ ਵਿੱਚ ਤੇ ਆਉਂਦਾ ਹੈ ਕਿ ਸਾਰਾ ਪ੍ਰਮਾਤਮਾ ਨੇ ਹੀ ਪੈਦਾ ਕੀਤੇ ਨੇ। ਇੱਕ ਵੇਖ ਪਰਸਨ ਆਇਆ, ਪਰ ਹੋਇਆ ਕਿ ਜਿਨ੍ਹਾਂ ਦੇ ਉੱਤੇ ਨਜ਼ਰੋ ਕਰਮ ਹੋਈ ਉਹਨਾਂ ਨੂੰ ਇਹ ਅੰਮ੍ਰਿਤ ਪ੍ਰਾਪਤ ਹੋਇਆ। ਨਾਮ ਉਹਨਾਂ ਦੇ ਅੰਦਰ ਜਿਹੜਾ ਹੈ ਵਸ ਗਿਆ ਤੇ ਗੁਰੂ ਸਾਹਿਬ ਕਹਿੰਦੇ ਨੇ ਲੱਭ ਲੋਭ ਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਉਹਨਾਂ ਦੇ ਅੰਦਰੋਂ ਜਿਹੜੇ ਵਿਸ਼ੇ ਵਿਕਾਰ ਸੀ, ਲੱਭ ਲੋਭ ਹੰਕਾਰ, ਉਹ ਖਤਮ ਹੋ ਗਏ। ਤਾਂ ਉਹ ਫਿਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅੰਤਰ ਆਤਮ ਹੀ ਟਿਕ ਗਏ। ਤੇ ਕਿਉਂਕਿ ਸਾਰੀ ਜਿਤਨੀ ਵੀ ਇਹ ਗੱਲ ਹੈ ਉਹ ਸਾਰੀ ਹੀ ਮਨ ਦੀ ਹੈ, ਕਿਉਂਕਿ ਮਨ ਨੂੰ ਹੀ ਸਮਝਾਉਣਾ ਹੈ ਔਰ ਮਨ ਹੀ ਭਟਕਦਾ ਹੈ। ਇਸੇ ਕਰਕੇ ਜਦੋਂ ਰਾਜਾ ਜਨਕ ਨੇ ਅਸ਼ਟਾਵਕਰ ਨੂੰ ਕਿਹਾ ਸੀ ਕਿ ਮੈਂ ਇੱਕ ਪੈਰ ਰਕਾਬ ਵਿੱਚ ਰੱਖਿਆ ਹੋਇਆ ਤੇ ਦੂਜਾ ਘੁਮਾ ਕਰਕੇ ਮੈਂ ਘੋੜੇ ਤੇ ਬੈਠਣਾ ਹੈ, ਇੰਨੇ ਥੋੜੇ ਸਮੇਂ ਦੇ ਵਿੱਚ ਮੈਨੂੰ ਕੋਈ ਅਧਿਆਤਮਕ ਉਪਦੇਸ਼ ਦੇ ਜਿਹਦੇ ਨਾਲ ਮੇਰੇ ਜੀਵਨ ਦੇ ਵਿੱਚ ਪਲਟਾ ਆ ਜਾਵੇ। ਅਸ਼ਟਾਵਕਰ ਨੇ ਕਿਹਾ ਸੀ ਕਿ ਤੂੰ ਕੀ ਦੇ ਸਕਦਾ ਹੈ? ਤੇ ਰਾਜਾ ਜਨਕ ਕਹਿੰਦਾ ਮੇਰੇ ਕੋਲ ਕਿਸੇ ਗੱਲ ਦੀ ਕਮੀ ਥੋੜੀ ਹੈ, ਜੋ ਮਰਜ਼ੀ ਮੰਗੋ ਮੈਂ ਦੇ ਦਿਆਂਗਾ। ਤੇ ਅਸ਼ਟਾਵਕਰ ਨੇ ਮਨ ਮੰਗ ਲਿਆ ਸੀ। ਹੁਣ ਜਦੋਂ ਘੁਮਾ ਕਰਕੇ ਦੂਜਾ ਪੈਰ ਘੋੜੇ ਤੇ ਬੈਠਣ ਲੱਗਾ, ਅਸ਼ਟਾਵਕਰ ਕਹਿੰਦਾ ਰਾਜਾ ਜਨਕ ਮੈਨੂੰ ਮਨ ਦੇ ਦੇ। ਉਹ ਕਹਿੰਦਾ ਦਿੱਤਾ ਤੈਨੂੰ ਮਨ। ਤੇ ਅਸ਼ਟਾਵਕਰ ਕਹਿੰਦਾ ਵੀ ਮੇਰਾ ਮਨ ਕਹਿੰਦਾ ਕਿ ਇਹ ਜਿਹੜਾ ਪਹਿਲਾਂ ਵੀ ਰਕਾਬ ਤੇ ਪੈਰ ਰੱਖਿਆ ਹੋਇਆ ਨਾ, ਇਹ ਵੀ ਲਾ ਕਰਕੇ ਥੱਲੇ ਆ ਜਾਏ। ਹੁਣ ਇਤਨੇ ਸਮੇਂ ਦੇ ਵਿੱਚ ਕਿਉਂਕਿ ਮਨ ਦੇ ਦਿੱਤਾ, ਮੇਰਾ ਮਨ ਨਹੀਂ ਚਾਹੁੰਦਾ ਕਿ ਮੈਂ ਘੋੜੇ ਤੇ ਬੈਠਾ, ਮੇਰਾ ਮਨ ਨਹੀਂ ਚਾਹੁੰਦਾ ਕਿ ਮੈਂ ਸਿੰਘਾਸਨ ਤੇ ਬੈਠਾ। ਇਤਨੇ ਸਮੇਂ ਦੇ ਵਿੱਚ ਉਸ ਨੂੰ ਇਸ ਗੱਲ ਦੀ ਸਮਝ ਪੈ ਗਈ ਤਾਂ ਉਹ ਅਸ਼ਟਾਵਕਰ ਤੋਂ ਪ੍ਰਭਾਵਿਤ ਹੋਇਆ। ਤੇ ਗੱਲ ਸਾਰੀ ਕੀ ਹੈ? ਅਸਲ ਵਿੱਚ ਮਨ ਦੀ ਹੈ, ਮਨ ਨੂੰ ਹੀ ਸਮਝਾਉਣਾ ਹੈ। ਤਾਂ ਜਦੋਂ ਮਨ ਦੇ ਅੰਦਰ ਨਾਮ ਵਸ ਜਾਂਦਾ ਹੈ ਤੇ ਮਨ ਜਿਹੜਾ ਹੈ ਉਹ ਅੰਮ੍ਰਿਤ ਰੂਪੀ ਨਾਮ ਨੂੰ ਚੱਕ ਕਰਕੇ ਸਦਾ ਲਈ ਅਮਰ ਹੋ ਜਾਂਦਾ ਹੈ ਤੇ ਮੌਤ ਦੇ ਭੈ ਤੋਂ ਬਚ ਜਾਂਦਾ ਹੈ। ਤਾਂ ਗੁਰੂ ਸਾਹਿਬ ਮਹਾਰਾਜ ਵੀ ਇਸੇ ਤਰ੍ਹਾਂ ਇਸ ਨਾਮ ਦੇ ਨਾਲ ਚਰਨ ਪਹੁਲ ਬਣਾਉਂਦੇ ਰਹੇ, ਕਿਉਂਕਿ ਨਾਮ ਜਿਹੜਾ ਹੈ ਉਹ ਅੰਮ੍ਰਿਤ ਬਾਣੀ ਦੇ ਵਿੱਚ ਹੈ ਤੇ ਬਾਣੀ ਦਾ ਜਾਪ ਕਰਕੇ ਗੁਰੂ ਸਾਹਿਬ ਮਹਾਰਾਜ ਜੀ ਚਰਨ ਪਹੁਲ ਦਿੰਦੇ ਰਹੇ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੇ ਸਤਿਗੁਰੂ ਜੀ ਨੇ ਇਸੇ ਅੰਮ੍ਰਿਤ ਬਾਣੀ ਨੂੰ ਦਾ ਜਾਪ ਕਰ ਕਰਕੇ
ਸਤਲੁਜ ਦਾ ਪਾਣੀ ਮਿਲਾ ਕਰਕੇ ਖੰਡੇ ਦੀ ਧਾਰ ਦੇ ਨਾਲ ਆਪ ਜੀ ਨੇ ਬਾਟੇ ਦੇ ਵਿੱਚ ਅੰਮ੍ਰਿਤ ਤਿਆਰ ਕੀਤਾ ਤੇ ਉਸ ਅੰਮ੍ਰਿਤ ਦੇ ਨਾਲ ਆਪ ਜੀ ਨੇ ਸਿੱਖ ਦੀ ਸਾਜਨਾ ਕੀਤੀ, ਖਾਲਸਾ ਪੰਥ ਸਜਾਇਆ। ਤਾਂ ਸਤਿਗੁਰੂ ਜੀ ਨੇ ਉਸ ਵੇਲੇ ਜਿਹੜੇ ਮਜਲੂਮ ਸਨ, ਜਿਹੜੇ ਗਰੀਬੜੇ ਸਨ, ਜਿਨ੍ਹਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਸੀ, ਜਿਨ੍ਹਾਂ ਦੇ ਨਾਲ ਧੱਕਾ ਕੀਤਾ ਜਾਂਦਾ ਸੀ, ਸਤਿਗੁਰੂ ਜੀ ਨੇ ਕਿਹਾ ਵੀ ਆਓ ਤੁਸੀਂ ਇਸ ਅੰਮ੍ਰਿਤ ਨੂੰ ਛਕ ਕਰਕੇ ਮੌਤ ਦੇ ਡਰ ਤੋਂ ਬਚ ਜਾਓ। ਜਿਹੜਾ ਤੁਹਾਡੇ ਅੰਦਰ ਇੱਕ ਸਹਿਮ ਬਣਿਆ ਹੋਇਆ ਉਹ ਖਤਮ ਹੋ ਜਾਏਗਾ। ਤੇ ਉਹ ਕਹਿਣ ਲੱਗੇ ਸਤਿਗੁਰੂ ਜੀ ਇਹ ਕਿਵੇਂ ਹੋ ਸਕਦਾ ਹੈ, ਇੱਕ ਚਿੜੀ ਬਾਜ ਨਾਲ ਕਿਵੇਂ ਲੜ ਸਕਦੀ ਹੈ? ਉਹ ਤੁਰਕ ਨੇ ਤੇ ਅਸੀਂ ਇੱਕ ਮਾੜੇ ਮੋਟ ਮਜਲੂਮ ਆ, ਤੇ ਉਹ ਤੇ ਇੱਕ ਇੱਕ ਬੱਕਰਾ ਖਾਣ ਵਾਲੇ ਨੇ, ਤੇ ਅਸੀਂ ਤੇ ਭਿੰਡੀਆਂ ਤੋਰੀਆਂ ਖਾ ਕੇ ਕਿਵੇਂ ਉਹਨਾਂ ਦੇ ਨਾਲ ਗੁਜ਼ਾਰਾ ਕਰਾਂਗੇ? ਤਾਂ ਸਤਿਗੁਰੂ ਜੀ ਨੇ ਕਿਹਾ ਵੀ ਨਹੀਂ, ਤੁਸੀਂ ਆਓ ਅੰਮ੍ਰਿਤ ਦੀ ਦਾਤ ਲਓ ਤੇ ਸੂਰਵੀਰ ਹੋ ਜਾਓ, ਸਿੰਘ ਸਿਪਾਹੀ ਬਣ ਜਾਓ। ਤੇ ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਲੱਗੇ सतगुरु जी हम तो जानत तोलत तकड़ी, नंगी छुरी कभी नहीं पकड़ी, चिड़ी उड़े तो हम डर जाएं, तुरकन से कैसे लड़ पाए? तो सतगुरु जी ने कहा भी नहीं, असल विच जेड़ा अमृत मैं तुहानू देन लगा ना, इसकी भाल देवते भी करते रहे, सो अमृत गुर ते पाया। ਤਾਂ ਸਤਿਗੁਰੂ ਜੀ ਕਹਿੰਦੇ ਕਹਿ ਨਾਨਕ ਜਿਸਨੂੰ ਆਪ ਤੁਠਾ ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਜਿਸ ਦੇ ਉੱਤੇ ਮਾਲਕ ਬਖਸ਼ਿਸ਼ ਕਰਦਾ ਹੈ ਉਸ ਨੂੰ ਅੰਮ੍ਰਿਤ ਦੀ ਦਾਤ ਦਿੰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ चिड़ियों से मैं बाज चढ़ाऊं, 1.25 लाख से एक लड़ाऊं, तबे गोबिंद सिंह नाम का। ਤਾਂ ਸਤਿਗੁਰੂ ਜੀ ਨੇ ਕਰਕੇ ਵਿਖਾਇਆ। ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਦਾ ਘੇਰਾ ਪਿਆ ਹੋਇਆ ਹੈ ਤੇ ਸਤਿਗੁਰੂ ਜੀ ਉੱਥੇ 40 ਸਿੰਘਾਂ ਦੇ ਨਾਲ 10 ਲੱਖ ਦਾ ਮੁਕਾਬਲਾ ਕਰਨਾ। ਜਿੱਤ ਸਤਿਗੁਰੂ ਜੀ ਦੀ ਹੁੰਦੀ ਹੈ। ਤਾਂ ਇਸੇ ਤਰ੍ਹਾਂ ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ ਤਾਂ ਇਸ ਅੰਮ੍ਰਿਤ ਨੂੰ ਵੇਖ ਕਰਕੇ, ਕਿਉਂਕਿ ਜਿਹੜੇ ਸਿੰਘ ਸਨ ਉਹ ਮੌਤ ਨੂੰ ਦੇ ਨਾਲ ਕਲੋਲਾਂ ਕਰਦੇ ਸਨ, ਇਸ ਨੂੰ ਮਜ਼ਾਕ ਕਰਦੇ ਸਨ ਇੱਕ ਮੌਤ ਨੂੰ, ਤਾਂ ਉਹਨਾਂ ਦੇ ਅੰਦਰ ਕੋਈ ਡਰ ਨਹੀਂ ਸੀ। ਸਮੇਂ ਦਾ ਹਾਕਮ ਇਹਨਾਂ ਦੇ ਖੂਨ ਦਾ ਪਿਆਸਾ ਬਣਿਆ ਹੋਇਆ ਸੀ। ਕਦੀ ਉਸਨੇ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਕਰਕੇ, ਕਦੀ ਇਹਨਾਂ ਦੇ ਖੋਪਰ ਲਾ ਕਰਕੇ, ਕਦੀ ਬੰਦ ਕੱਟ ਕਰਕੇ, ਕਦੀ ਇਹਨਾਂ ਦੇ ਘਰ ਬਾਹਰ ਉਜਾੜ ਕਰਕੇ, ਕਦੀ ਇਹਨਾਂ ਦੇ ਸਰੀਰਾਂ ਨੂੰ ਅੱਗ ਲਾ ਕਰਕੇ, ਇਸਦੇ ਕਈ ਤਰ੍ਹਾਂ ਦੇ ਤਸੀਹੇ ਦੇ ਕਰਕੇ ਇਹਨਾਂ ਦੇ ਅੰਦਰ ਮੌਤ ਦਾ ਭੈ ਜਿਹੜਾ ਸੀ ਉਹ ਖੜਾ ਕਰਨਾ ਚਾਹਿਆ। ਪਰ ਜਿਹੜਾ ਅੰਮ੍ਰਿਤ ਗੁਰੂ ਦੇ ਕੋਲੋਂ ਪ੍ਰਾਪਤ ਹੋਇਆ ਸੀ ਇਹਨਾਂ ਨੂੰ ਡਿਗਾ ਨਾ ਸਕਿਆ। ਇਹ ਕੱਲਿਆਂ ਨੂੰ ਤੇ ਕੀ ਕਰਨਾ ਸੀ, ਵੱਡੇ ਘੱਲੂਕਾਰੇ ਦੇ ਰੂਪ ਦੇ ਵਿੱਚ ਵੀ ਇਹ ਉਸ ਸਿੰਘਾਂ ਦੀ ਕਮਰ ਨੂੰ ਨਾ ਤੋੜ ਸਕਿਆ। ਤੇ ਕਿਉਂਕਿ ਇਹਨਾਂ ਦੇ ਅੰਦਰ ਉਹ ਸੱਚਾ ਅੰਮ੍ਰਿਤ ਸੀ, ਉਹ ਨਾਮ ਸੀ ਜਿਹੜਾ ਕਿ ਇਹਨਾਂ ਨੂੰ ਦੁੱਖ ਨੂੰ ਦੁੱਖ ਨਹੀਂ ਸੀ ਸਮਝਣ ਦਿੰਦਾ। ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾਚੈ, ਕੰਚਨ ਮਾਟੀ ਮਾਨੇ। ਉਹਨਾਂ ਦੇ ਅੰਦਰੋਂ ਇਹ ਦੁੱਖ ਜਿਹੜਾ ਸੀ ਉਹ ਦੂਰ ਹੋ ਗਿਆ ਸੀ। ਉਹਨਾਂ ਨੇ ਦੁੱਖ ਨੂੰ ਦੁੱਖ ਨਹੀਂ ਸੀ ਸਮਝਿਆ, ਉਹ ਮਿੱਟੀ ਤੇ ਸੋਨੇ ਨੂੰ ਇੱਕ ਬਰਾਬਰ ਸਮਝਦੇ ਸਨ। ਇਹ ਬਖਸ਼ਿਸ਼ ਗੁਰੂ ਦੇ ਅੰਮ੍ਰਿਤ ਦੇ ਨਾਲ, ਗੁਰੂ ਦੇ ਨਾਮ ਦੇ ਨਾਲ ਹੋਈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਗੁਰੂ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਉਹ ਅੰਮ੍ਰਿਤਮਈ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਜੀ ਦਾ ਜਿਹੜਾ ਉਪਦੇਸ਼ ਮੰਨ ਕਰਕੇ ਆਪਣੇ ਮਨ ਦੇ ਵਿੱਚ ਨਾਮ ਨੂੰ ਵਸਾ ਲੈਂਦਾ ਹੈ ਤੇ ਨਾਮ ਦੀ ਕਮਾਈ ਕਰਕੇ ਉਹਦੇ ਅੰਦਰੋਂ ਲੱਭ ਲੋਭ ਹੰਕਾਰ ਜਿਹੜਾ ਹੈ ਉਹ ਚਲਾ ਜਾਂਦਾ ਹੈ। ਤੇ ਸਤਿਗੁਰੂ ਜੀ ਜਦੋਂ ਪ੍ਰਸੰਨ ਹੁੰਦੇ ਨੇ, ਮਾਲਕ ਜਦੋਂ ਪ੍ਰਸੰਨ ਹੁੰਦਾ ਹੈ ਤੇ ਉਹਦੀ ਝੋਲੀ ਦੇ ਵਿੱਚ ਇਹ ਨਾਮ ਅੰਮ੍ਰਿਤ ਪੈ ਜਾਂਦਾ ਹੈ। ਅੰਮ੍ਰਿਤ ਕੋਈ ਜਿਹੜਾ ਕਿ ਪਵਿੱਤਰ 4 ਬੂੰਦਾਂ ਦਾ ਨਾਮ ਹੀ ਨਹੀਂ, ਇਹ ਅੰਮ੍ਰਿਤ ਉਹ ਹੈ ਜਿਹੜਾ ਅੰਦਰ ਜਾ ਕਰਕੇ ਸਦੀਵੀ ਤਬਦੀਲੀ ਕਰ ਦਿੰਦਾ ਹੈ। ਜਿਹਨੇ ਗੁਰੂ ਦਾ ਅੰਮ੍ਰਿਤ ਛਕਿਆ ਹੈ ਉਹ ਫਿਰ ਮੌਤ ਨੂੰ ਵੀ ਕਲੋਲਾਂ ਕਰਦਾ ਹੈ, ਮੌਤ ਨੂੰ ਵੀ ਖੇਲਾਂ ਕਰਦਾ ਹੈ ਤੇ ਉਹ ਫਿਰ ਜਿਹੜਾ ਹੈ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਉਹ ਫਿਰ ਆਜ਼ਾਦੀ ਦਾ ਨਿੱਘ ਮਾਣਦਿਆਂ ਹੋਇਆਂ ਸੱਚੀ ਸੁੱਚੀ ਕਿਰਤ ਦੇ ਨਾਲ ਜੁੜ ਕਰਕੇ ਬਿਨਾਂ ਭੈ ਤੋਂ ਜ਼ਿੰਦਗੀ ਬਤੀਤ ਕਰਦਾ ਹੈ। ਉਹ ਅੰਮ੍ਰਿਤ ਸਾਨੂੰ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਹੜਾ ਅੰਮ੍ਰਿਤ ਦੇਵਤਿਆਂ ਨੂੰ ਅਸੀਂ ਨਹੀਂ ਲੱਭਾ, ਉਹ ਅੰਮ੍ਰਿਤ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਪ੍ਰਾਪਤ ਕਰ ਸਕਦੇ ਹਾਂ। ਆਓ ਸਾਧ ਸੰਗਤ ਜੀ, ਗੁਰੂ ਦੇ ਕੋਲ ਆ ਕਰਕੇ ਸਤਿਗੁਰੂ ਜੀ ਦੇ ਕੋਲੋਂ ਇਸ ਅੰਮ੍ਰਿਤ ਦੀ ਦਾਤ ਲਈਏ ਔਰ ਇਹ ਅੰਮ੍ਰਿਤ ਅਸੀਂ
ਸਵੇਰੇ ਅੰਮ੍ਰਿਤ ਵੇਲੇ ਵੀ ਛਕੀਏ, ਸ਼ਾਮ ਸੰਧਿਆ ਵੇਲੇ ਰਹਿਰਾਸ ਦੇ ਰੂਪ ਵਿੱਚ ਛਕੀਏ, ਤੇ ਸੌਣ ਵੇਲੇ ਵੀ ਸੋਹਲੇ ਸਾਹਿਬ ਦੇ ਰੂਪ ਦੇ ਵਿੱਚ ਵੀ ਛਕ ਕਰਕੇ ਅਸੀਂ ਗੁਰੂ ਨੂੰ ਯਾਦ ਕਰਕੇ ਹਮੇਸ਼ਾ ਹੀ ਅੰਮ੍ਰਿਤ ਦੇ ਧਾਰਨੀ ਬਣੀਏ, ਤਾਂ ਜੋ ਸਾਡਾ ਇਹ ਲੋਕ ਸੁਖੀਆ ਪਰਲੋਕ ਸਹੇਲਾ ਹੋ ਸਕੇ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ